ओके राजे स्वागत है साਰਿਆਂ ਦਾ ऑनलाइन प्लेटफॉर्म ऑफ मिक्स ओवरसीज। तो अज ਜਿਹੜਾ ਹੈਗਾ ਆਪਾਂ ਕੈਂਬਰਿਜ ਦੀਆਂ ਰੀਡਿੰਗਸ ਡਿਸਕਸ਼ਨ ਕਰ ਰਹੇ ਹਾਂ ਉਸੇ ਸੀਰੀਜ਼ ਦੇ ਵਿੱਚ ਅੱਜ ਆਪਣੇ ਕੋਲ ਨੈਕਸਟ ਰੀਡਿੰਗ ਹੈਗੀ ਆ ਦ ਥਾਇਲਾਸਨ। ਠੀਕ ਹੈ, ਸੋ ਇੱਥੇ ਜਿਹੜਾ ਹੈਗਾ ਥਾਇਲਾਸਨ ਕਿਸੇ ਚੀਜ਼ ਬਾਰੇ ਹਨਾ ਸਾਨੂੰ ਲੱਗਦਾ ਹੈਗਾ ਡਿਸਕਸ਼ਨ ਕੀਤੀ ਜਾਊਗੀ। ਸੋ ਲੈਟਸ ਸੀ ਕਿ ਆਪਣੇ ਕੋਲੇ ਕੁਐਸਚਨਸ ਕਿਸ ਟਾਈਪ ਦੇ ਹੈਗੇ ਆ ਇਹਦੇ ਵਿੱਚ। ठीक है, सो सब तो पहला तो जदों भी तुसी किसी रीडिंग नू है ना आप डील कर रहे हैं, सब तो पहला तो आप टाइप ऑफ क्वेश्चनस के उत्ते ही जाना है कि किस तरह के क्वेश्चनस है। हुण देखो आ वाले क्वेश्चनस तुहाडे कोल ईजीएस्ट हुंदे आ जिहड़े वन वर्ड ओनली हुंदे आ, क्योंकि इहदे विच वन वर्ड दे नाल अपने कोले जिहड़ा हैगा मतलब तुहाडे कोले मल्टीपल वर्ड्स दे विच तुहानूं कन्फ्यूजन नहीं होगी। यू विल कम अक्रॉस अ वर्ड एंड यू विल नो कि की आंसर हैगा इहदा, है ना। जिद्दां अपने कोले फर्स्ट क्वेश्चन आया हैगा ਉਹ ਕਹਿੰਦੇ ਅਪੀਅਰੈਂਸ ਐਂਡ ਦੇਖੋ ਇਹਦੇ ਚ ਕਿਹੜੀਆਂ ਚੀਜ਼ਾਂ ਨੋਟਿਸ ਕਰਨ ਵਾਲੀਆਂ। ਅਪੀਅਰੈਂਸ ਤੇ ਬਿਹੇਵੀਅਰ ਬਾਰੇ ਗੱਲ ਹੋਊਗੀ, ਠੀਕ ਹੈ। ਉਹਦੇ ਅੰਡਰ ਆਪਾਂ ਨੂੰ ਇਹਦਾ ਜਿਹੜਾ ਹੈਗਾ ਦੇਖੋ ਬੋਡੀ ਤੇ ਟੇਲ ਬਾਰੇ, ਇਸ ਤੋਂ ਬਾਅਦ ਇਹ ਵਾਲੀ ਫਿਲ ਇਨ ਦਾ ਬਲੈਂਕ ਦਾ ਆਪਾਂ ਨੂੰ ਆਨਸਰ ਮਿਲੂਗਾ ਅਪੀਅਰੈਂਸ ਐਂਡ ਬਿਹੇਵੀਅਰ ਚ ਜਾ ਕੇ। ਹੁਣ ਦੇਖੋ ਅਪੀਅਰੈਂਸ ਕੀ ਆ, ਬੋਡੀ ਕਿੱਦਾਂ ਦੀ ਆ, ਟੇਲ ਕਿੱਦਾਂ ਦੀ ਆ, ਹਨਾ। ਏਟ ਇੰਟਾਇਰਲੀ ਡੈਸ਼ ਡਾਈਟ, ਤਾਂ ਕਿਸੇ ਤਰ੍ਹਾਂ ਦੀ ਡਾਈਟ ਹੈਗੀ ਆ ਇਹਦੀ, ਹੈ ਨਾ। ਆਪਾਂ ਉਹਦੀ ਡਾਈਟ ਤੋਂ ਪਹਿਲਾਂ ਜਿੱਦਾਂ ਦਾ ਸ਼ਬਦ ਯੂਜ਼ ਹੋਊਗਾ that is going to be answer in this particular fill in the blank। ਉਸ ਤੋਂ ਬਾਅਦ ਆਗੇ ਰਾਜੇ ਤੁਹਾਡੇ ਕੋਲੇ ਟਰੂ ਫਾਲਸ ਦੇ ਕੁਐਸਚਨ। ਤਾਂ ਟਰੂ ਫਾਲਸ ਦੇ ਕੁਐਸਚਨਸ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਕੀ ਪੁੱਛਿਆ ਹੈਗਾ, ਉਹ ਕਹਿੰਦੇ ਸਿਗਨੀਫੀਕੈਂਟ ਨੰਬਰ ਆਫ ਥਾਇਲਾਸਨਸ ਵਰ ਕਿਲਡ। ਤਾਂ ਮਤਲਬ ਇਹ ਕਿਸੇ ਤਰ੍ਹਾਂ ਦਾ ਕੋਈ ਐਨੀਮਲ ਹੈਗਾ, ਹਨਾ। ਇਟ ਕੈਨ ਬੀ ਅ ਬਰਡ ਔਰ ਇਟ ਕੈਨ ਬੀ ਐਨ ਐਨੀਮਲ। ਉਹ ਕਹਿੰਦੇ a significant number of thylacines were killed by humans from 1830s onward। ਆ ਜਿਹੜਾ 1830 ਹੈਗਾ ਰਾਜੇ ਇਹ ਤੁਹਾਡਾ ਕੀਵਰਡ ਆ। 1830 ਤੋਂ ਬਾਅਦ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਵੱਡੀ ਗਿਣਤੀ ਵਿੱਚ, ਹਨਾ। ਸਿਗਨੀਫੀਕੈਂਟ ਨੰਬਰ, ਸਿਗਨੀਫੀਕੈਂਟ ਮਤਲਬ ਦੇਖਣਯੋਗ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਥਾਇਲਾਸਨਸ ਹੈਗੇ ਆ ਉਹ ਕਿਲ ਕੀਤੇ ਗਏ ਸੀ। ਕਿਹਦੇ ਦੁਆਰਾ? ਹਿਊਮਨਸ ਦੁਆਰਾ। ਕਦੋਂ? 1830 ਤੋਂ ਬਾਅਦ ਦੀ ਗੱਲ ਜਿਹੜੀ ਹੈਗੀ ਹੈ ਡਿਸਕਸ ਕਰਨ ਦੇ। ਠੀਕ ਹੈ ਜੀ, ਉਸ ਤੋਂ ਅੱਗੇ ਮੂਵ ਕਰਦੇ ਹਾਂ। ਸੋ ਨੈਕਸਟ ਤੁਹਾਡੇ ਕੋਲੇ 12th ਤੇ 13th ਇਹ ਸਾਡੇ ਕੋਲੇ ਟਰੂ ਫਾਲਸ ਹੀ ਹੈਗੇ ਆ। ਸੋ ਆਪਣੇ ਕੋਲੇ ਦੋ ਤਰ੍ਹਾਂ ਦੇ ਕੁਐਸਚਨਸ ਆਏ ਆ, ਵਨ ਵਰਡ ਵਾਲੀਆਂ ਫਿਲ ਇਨ ਦਾ ਬਲੈਂਕ ਹੈਗੀਆਂ ਤੇ ਸੈਕਿੰਡ ਕੀ ਹੈਗਾ ਆਪਣੇ ਕੋਲੇ ਟਰੂ ਫਾਲਸ ਹੈਗੇ ਆ। ਸੋ ਆਪਾਂ ਚੈੱਕ ਕਰਦੇ ਹੈਗੇ ਆ, ਸਟਾਰਟ ਕਰਦੇ ਆ, ਠੀਕ ਹੈ। ਉਹ ਕਹਿੰਦੇ ਦ extinct thylacine also known as Tasmanian tiger, ਤਾਂ ਮਤਲਬ ਐਨੀਮਲ ਹੈਗਾ ਟਾਈਗਰ ਹੈਗਾ ਕੋਈ, ਹੈ ਨਾ। was ਮਾਰਸ਼ਪਲ ਵਰਡ ਰਾਜੇ ਉਹ ਵਾਲੇ ਐਨੀਮਲਸ ਨੂੰ ਕਹਿੰਦੇ ਹੈਗੇ ਆ ਜਿਹੜੇ ਆਪਣੇ ਬੇਬੀ ਨੂੰ ਕੈਰੀ ਕਰਦੇ ਆ। ਕੰਗਾਰੂ ਹੁੰਦੇ ਆ ਜਿਵੇਂ, ਹਨਾ, ਉਹਨਾਂ ਦੇ ਜਿਹੜੀ ਸਟਮਕ ਦੇ ਵਿੱਚ ਇੱਕ ਥੈਲੀ ਜਿਹੀ ਬਣੀ ਹੁੰਦੀ ਆ ਜਿਹਦੇ ਚੋਂ ਆਪਣਾ ਬੇਬੀ ਕੈਰੀ ਕਰਦੇ ਆ, ਉਹਨਾਂ ਨੂੰ ਬੋਲਦੇ ਆ ਆਪਾਂ ਮਾਰਸ਼ਪਲ। The extinct thylacine, also known as Tasmanian tiger, was a marsupial that bore superficial resemblance to dog। ਕੁੱਤੇ ਵਰਗਾ ਸੀ ਇਹ ਜਿਹੜਾ ਟਾਈਗਰ ਸੀਗਾ, ਤਾਸਮੇਨੀਅਨ ਟਾਈਗਰ ਸੀਗਾ। It is most distinguished feature was 13 to 19 dark brown stripes over its back। बैक ਦੇ ਉੱਤੇ ਇਹਦੇ stripes ਸੀਗੀਆਂ। Beginning at the rear of the body and extending onto the tail। ਹੁਣ ਦੇਖੋ tail ਦੀ ਗੱਲ ਕਰ ਲਈ, ਬੋਡੀ ਦੀ ਗੱਲ ਕਰ ਲਈ। ਬੋਡੀ ਤੇ ਟੇਲ ਆਪਾਂ ਦੋ ਸ਼ਬਦ ਸੀਗੇ ਜਿਹੜੇ ਆਪਣੇ ਕੋਲੇ ਕੀਵਰਡ ਸੀਗੇ, ਦੋਨੋਂ ਕੀਵਰਡ ਆ ਗਏ, ਬੋਡੀ ਵੀ ਆ ਗਿਆ, ਟੇਲ ਵੀ ਆ ਗਿਆ। ਹੁਣ ਆਪਾਂ ਸ਼ਬਦ ਕੀ ਦੇਖਣਾ, ਇਹਦੀ ਡਾਈਟ ਕਿੱਦਾਂ ਦੀ ਸੀ। The thylacine average nose to tail length adult male was ਇੰਨੀ compared to females ਦੀ ਇੰਨੀ ਜ਼ਰੂਰਤ ਨਹੀਂ ਹੈਗੀ ਰੀਡ ਕਰਨ ਦੀ। The thylacine appear to occupy most type of terrain except dense rain forest with open eucalyptus forest thought to be prime habitat। ਤਾਂ ਦੱਸਿਆ ਵੀ ਇਹ ਕਿੱਥੇ ਰਹਿੰਦਾ ਸੀ। In terms of feeding ਦੇਖੋ ਆਪਾਂ ਕਾਹਦੇ ਕੰਟੈਕਸਟ ਦੇ ਵਿੱਚ ਕਹਿ ਰਹੇ ਹਾਂ, ਈਟਿੰਗ, ਹਨਾ। ਉਹ ਕਹਿੰਦੇ ਕਿ ਜਦੋਂ ਅਸੀਂ ਈਟਿੰਗ ਦੀ ਗੱਲ ਕਰਦੇ ਹੈਗੇ ਆ, ਇਟ ਵਾਜ਼ ਐਕਸਕਲੂਸਿਵਲੀ ਮੇਨਲੀ ਪ੍ਰਾਇਮਰਲੀ, ਠੀਕ ਹੈ, ਇਟ ਵਾਜ਼ ਐਕਸਕਲੂਸਿਵਲੀ ਕਾਰਨੀਵੋਰਸ। ਕਾਰਨੀਵੋਰਸ ਕਿਹੜੇ ਹੋ ਗਏ? ਜਿਹੜੇ ਜਾਨਵਰਾਂ ਨੂੰ ਖਾਂਦੇ ਆ, ਹਨਾ, ਜਿਹੜੇ ਜਿਹੜਾ ਹੈਗਾ ਮੀਟ ਖਾਂਦੇ ਆ। ਤਾਂ ਆਪਾਂ ਕੀ ਕਿਹਾ ਕਿ ਇਹ ਕੀ ਸੀਗਾ? ਕਾਰਨੀਵੋਰਸ ਸੀਗਾ। ਤਾਂ ਆਪਣੇ ਕੋਲੇ ਆਨਸਰ ਕੀ ਆ ਗਿਆ, ਇਹਦੀ ਡਾਈਟ ਕਿੱਦਾਂ ਦੀ ਸੀਗੀ? ਕਾਰਨੀਵੋਰਸ ਸੀਗੀ। ਤਾਂ ਆਪਣੇ ਕੋਲੇ ਤੁਸੀਂ ਵਰਡ ਲਿਖਤਾ ਕਾਰਨੀਵੋਰਸ, ਠੀਕ ਹੈ ਜੀ। ਉਸ ਤੋਂ ਬਾਅਦ ਪ੍ਰੋਬੇਬਲੀ ਡਿਪੈਂਡੈਂਟ ਮੇਨਲੀ ਔਨ ਡੈਸ਼ ਵੈਨ ਹੰਟਿੰਗ।
ਹੰਟਿੰਗ ਦੇ ਦੌਰਾਨ, ਹੰਟਿੰਗ ਕੀ ਹੋ ਗਿਆ, ਸ਼ਿਕਾਰ ਕਰਨਾ ਹਨਾ, ਹੰਟਿੰਗ ਦੇ ਦੌਰਾਨ ਇਹ ਚੀਜ਼ ਮੇਨਲੀ ਕਿਸੇ ਤੇ ਡਿਪੈਂਡ ਕਰਦੀ ਸੀ, ਮੇਨਲੀ ਔਨ ਡੈਸ਼। ਡੈਸ਼ ਹੁਣ ਆਪਾਂ ਦੇਖਣਾ ਕਿ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਸੀ ਜਦੋਂ ਇਹ ਟਾਈਗਰ ਜਿਹੜਾ ਹੈਗਾ ਹੰਟ ਕਰਦਾ ਸੀਗਾ। ਤਾਂ ਆਪਾਂ ਦੇਖਦੇ ਹਾਂ ਅੱਗੇ ਕੀ ਕਹਿੰਦੇ। ਤੇ 1830 ਕੀਵਰਡ ਧਿਆਨ ਚ ਰੱਖਣਾ ਹੈਗਾ ਹਨਾ। ਉਹ ਕਹਿੰਦੇ ਕਿ carnivorous ਸੀ and its stomach was muscular with the ability to distend so that it could eat a large amount of food at one time। ਤਾਂ ਇਹਦੇ ਪੇਟ ਦੇ ਵਿੱਚ ਕਾਫੀ ਜ਼ਿਆਦਾ ਖਾ ਸਕਦਾ ਹੈ, ਮਤਲਬ ਭੁੱਖੜ ਸੀਗਾ, ਠੀਕ ਹੈ। probably an adaptation to compensate for long period when hunting was unsuccessful and food scarce। ਤਾਂ ਮਤਲਬ ਇਹਦੀ ਬੋਡੀ ਟਾਈਪ ਇਸ ਹਿਸਾਬ ਨਾਲ ਮੋਡੀਫਾਈ ਹੋਈ ਸੀ ਕਿ ਇੱਕ ਟਾਈਮ 'ਚ ਇਹ ਬਹੁਤ ਜ਼ਿਆਦਾ ਖਾ ਸਕਦਾ ਸੀ ਤਾਂ ਕਿ ਜੇ ਇਹਦੀ ਹੰਟਿੰਗ ਅਨਸਕਸੈਸਫੁਲ ਵੀ ਰਹਿ ਜਾਵੇ ਤਾਂ ਇਹ ਭੁੱਖ ਨਾਲ ਨਾ ਮਰੇ ਹਨਾ। ਉਸ ਤੋਂ ਬਾਅਦ ਉਹ ਕੀ ਕਹਿੰਦੇ, ਥਾਈਲਸਿਨ ਵਾਸ ਨਾਟ ਫਾਸਟ ਰਨਰ। ਉਹ ਕਹਿੰਦੇ ਕਿ ਤੇਜ਼ ਤਾਂ ਨਹੀਂ ਭੱਜ ਸਕਦਾ ਸੀ ਐਂਡ ਪ੍ਰੋਬੇਬਲੀ ਕੌਟ ਇਟਸ ਪ੍ਰੇ by exhausting it during long pursuits। ਤਾਂ ਲੌਂਗ ਪਰਸਿਊਟ ਲੰਮਾ ਸਮਾਂ ਉਹਨੂੰ ਫੋਲੋ ਕਰਨ ਤੋਂ ਬਾਅਦ ਉਹਨੂੰ ਥਕਾ ਦਿੰਦਾ ਸੀ। during long distance chases, long distance chases मतलब मान लो कि ਇਹਦੇ ਮੂਰੇ ਰੈਬਿਟ ਭੱਜਿਆ ਜਾ ਰਿਹਾ, ਉਹ ਬਹੁਤ ਤੇਜ਼ੀ ਨਾਲ ਜਾ ਰਿਹਾ, ਬਹੁਤ ਹੌਲੀ ਜਾ ਰਿਹਾ, ਤਾਂ ਇਹ ਕੀ ਹੋਗਾ, long distance chase ਹੋ ਗਿਆ, ਮੈਂ ਕਾਫੀ ਦੂਰੀ ਤੋਂ ਉਹਦਾ ਪਿੱਛਾ ਕਰ ਰਹੀ ਹਾਂ। long distance chases thylacines were likely to have relied ਦਾ ਮਤਲਬ ਕੀ ਹੋ ਗਿਆ ਬੱਚੇ, ਇੱਥੇ ਡਿਪੈਂਡ ਕਰਨਾ ਹਨਾ। ਉਹ ਕਹਿੰਦੇ ਕਿ ਇਹ ਜ਼ਿਆਦਾਤਰ ਡਿਪੈਂਡ ਕਰਦੇ ਸੀ on the scent than any other sense। ਕਿਸੇ ਹੋਰ ਸੈਂਸ ਦੀ ਬਜਾਏ ਜਿਹੜੇ ਥਾਈਲਾਸਿਨ ਸੀਗੇ ਉਹ ਕਾਹਦੇ ਉੱਤੇ ਡਿਪੈਂਡ ਕਰਦੇ ਸੀ, ਉਸ ਐਨੀਮਲ ਦੇ ਸੈਂਟ ਦੇ ਉੱਤੇ। ਤਾਂ ਆਪਣੇ ਕੋਲ ਆਹੀ ਆ, ਪ੍ਰੋਬੇਬਲੀ ਡਿਪੈਂਡੈਂਟ ਮੇਨਲੀ ਔਨ ਦਾ ਕਾਕੀ ਸੈਂਟ। ਕਿਉਂ, ਕਿਉਂਕਿ ਰਨਿੰਗ ਤੇ ਫਾਸਟ ਹੈਗੀ ਨਹੀਂ ਸੀ, ਤਾਂ ਕਾਹਦੇ ਤੇ ਡਿਪੈਂਡ ਕਰਦੇ ਸੀ, ਲੌਂਗ ਡਿਸਟੈਂਸ ਚੇਸ ਕਰਦੇ ਸੀ ਸੈਂਟ ਦੇ ਥਰੂ, ਠੀਕ ਆ। ਉਸ ਤੋਂ ਬਾਅਦ ਕੀ ਕਹਿੰਦੇ, ਯੰਗ ਸਪੈਂਟ ਫਸਟ ਮੰਥ ਆਫ ਲਾਈਫ ਇਨਸਾਈਡ ਮਦਰਸ ਡੈਸ਼। ਹੁਣ ਜਿਵੇਂ ਮਦਰ ਦਾ ਕੋਈ ਪਾਊਚ ਹੈ ਨਾ, ਆਪਾਂ ਹੀ ਕਿਹਾ ਸੀ ਕਿ ਕੰਗਾਰੂ ਆਪਣੇ ਬੱਚਿਆਂ ਨੂੰ ਕੈਰੀ ਕਰਦਾ ਪਾਊਚ ਦੇ ਵਿੱਚ, ਤਾਂ ਉਹ ਕਹਿੰਦੇ ਜਿਹੜੇ ਯੰਗ ਹੈਗੇ ਆ ਉਹ ਸਪੈਂਡ ਕਰਦੇ ਸੀ ਆਪਦੀ ਜ਼ਿੰਦਗੀ ਦੇ ਪਹਿਲੇ ਕੁਝ ਮਹੀਨੇ ਮਦਰ ਦੀ ਕਿਸੇ ਚੀਜ਼ ਦੇ ਵਿੱਚ ਹਨਾ। ਤਾਂ ਆਪਾਂ ਇਹਨੂੰ ਦੇਖਦੇ ਹੈਗੇ ਆ ਅੱਗੇ ਕੀ ਕਹਿੰਦੇ, ਦੇ emerged to hunt। ਉਹ ਕਹਿੰਦੇ ਵੀ ਇਹ emerge ਕਰਦੇ ਹੁੰਦੇ ਸੀ ਹੰਟ ਕਰਨ ਵਾਸਤੇ, ਕਦੋਂ, they emerged to hunt during the evening, night and early morning। ਮਤਲਬ ਹਨੇਰੇ ਦੇ ਦੌਰਾਨ ਜਦੋਂ ਸੂਰਜ ਢਲ ਜਾਂਦਾ ਸੀ ਉਦੋਂ ਬਾਅਦ ਹੰਟ ਕਰਦੇ ਸੀ and tended to retreat to hills and forest for shelter during the day। ਤਾਂ day ਦੇ ਵਿੱਚ ਕੀ ਸੀ, ਲੋਕ ਛੁਪ ਕੇ ਰਹਿੰਦੇ ਸੀ। Despite the common name tiger, the thylacine had a shy, nervous temperament। ਤਾਂ ਕਾਫੀ ਜ਼ਿਆਦਾ ਸ਼ਰਮਾਕਲ ਟਾਈਪ ਦਾ ਇਹ ਜਾਨਵਰ ਸੀਗਾ, ਠੀਕ ਹੈ। although mainly nocturnal ਹੁੰਦੇ ਆ ਰਾਜੇ ਉਹ ਪ੍ਰਾਣੀ ਜਿਹੜੇ ਰਾਤ ਨੂੰ ਸ਼ਿਕਾਰ ਕਰਦੇ ਆ ਜਾਂ ਜਿਹੜੇ ਰਾਤ ਨੂੰ ਬਾਹਰ ਨਿਕਲਦੇ ਆ, ਜਿੱਦਾਂ ਬੈਟਸ ਨੇ ਹਨਾ। ਸਾਨੂੰ ਪਤਾ ਹੈਗਾ ਚਮਗਾਦੜ ਦਿਨ ਦੇ ਟਾਈਮ ਸੌਂਦੇ ਰਹਿੰਦੇ ਆ, ਰਾਤ ਨੂੰ ਬਾਹਰ ਨਿਕਲਦੇ ਆ, ਤਾਂ ਉਹ ਕੀ ਆ, ਨੌਕਟਰਨਲ। ਤਾਂ ਉਹ ਕਹਿੰਦੇ although mainly nocturnal, it was sighted moving during the day and some individuals were even recorded basking in the sun। basking in the sun ਦਾ ਕੀ ਮਤਲਬ ਹੋ ਗਿਆ, ਧੁੱਪ ਸੇਕਣਾ। ਭਾਵੇਂ ਕਿ ਇਹਨਾਂ ਨੂੰ ਨੌਕਟਰਨਲ ਮੰਨਿਆ ਜਾਂਦਾ ਪਰ ਇਹ ਜਿਹੜੇ ਹੈਗੇ ਆ ਦਿਨ ਦੇ ਟਾਈਮ ਵੀ ਦਿਖਾਈ ਦਿੰਦੇ ਸੀ, ਠੀਕ ਆ। ਉਹ ਕਹਿੰਦੇ ਥਾਈਲਾਸਿਨ had an extended breeding season। ਹੁਣ ਦੇਖੋ ਆ ਤੁਹਾਡੇ ਕੋਲੇ ਬਰੀਡਿੰਗ ਸੀਜ਼ਨ ਕੀ ਹੋ ਗਿਆ, ਬੱਚੇ ਪੈਦਾ ਕਰਨ ਵਾਲੀ ਗੱਲ ਹਨਾ। ਤੇ ਆਪਾਂ ਪਹਿਲੇ ਕੁਝ ਮਹੀਨਿਆਂ ਦੀ ਗੱਲ ਕਰਨੀ ਹੈ, ਤਾਂ ਮਤਲਬ ਆ ਪੈਰੇ 'ਚ ਮੈਨੂੰ ਆਨਸਰ ਮਿਲੂਗਾ ਕਿ ਮਦਰ ਦੇ ਕਿੱਦਾਂ ਬੇਬੀ ਨੂੰ ਕੈਰੀ ਕਰਦੀ ਸੀ। ਤਾਂ ਉਹ ਕਹਿੰਦੇ ਥਾਈਲਾਸਿਨ had an extended breeding season from winter to spring with indication that some breeding took place throughout the year। ਕੁਛ ਥੋੜਾ ਪੂਰਾ ਸਾਲ ਹੁੰਦੀ ਸੀ ਬਟ ਜਨਰਲੀ ਕਿੱਦਾਂ ਹੁੰਦੀ ਸੀ, ਵਿੰਟਰ ਤੋਂ ਲੈ ਕੇ ਸਪ੍ਰਿੰਗ ਤੱਕ, ਮਤਲਬ ਆਪਾਂ ਕਹਿ ਸਕਦੇ ਹਾਂ ਦਸੰਬਰ ਤੋਂ ਲੈ ਕੇ ਅਪ੍ਰੈਲ ਜਾਂ ਮਈ ਤੱਕ। ਉਸ ਤੋਂ ਬਾਅਦ the thylacine like all marsupial was tiny and hairless when born। ਛੋਟਾ ਜਿਹਾ ਹੁੰਦਾ ਸੀ ਜਦੋਂ ਬੌਰਨ ਹੁੰਦਾ ਸੀ। ਨਿਊਬੋਰਨਸ ਕ੍ਰੋਲਡ, ਕ੍ਰੋਲ ਕਰਨਾ ਮਤਲਬ ਰੀਂਗਣਾ, ਨਿਊਬੋਰਨ ਜਿਹੜੇ ਕ੍ਰੋਲ ਕਰਦੇ ਸੀ into the pouch of on the belly of their mother। ਤਾਂ ਮਦਰ ਦੀ ਜਿਹੜੀ ਬੈਲੀ ਦੇ ਉੱਤੇ ਪਾਊਚ ਹੁੰਦਾ ਸੀ ਉਹਦੇ ਵਿੱਚ ਜਿਹੜਾ ਕ੍ਰੋਲ ਕਰਦੇ ਸੀ ਕੌਣ, ਨਿਊਬੋਰਨ ਥਾਈਲਾਸਿਨ। ਤਾਂ ਕਾਦੇ ਵਿੱਚ ਕਰਦੇ ਸੀ ਕ੍ਰੋਲ, ਪਾਊਚ ਦੇ ਵਿੱਚ। ਤਾਂ ਆਪਣਾ ਆਨਸਰ ਕੀ ਆ ਗਿਆ ਇੱਥੇ, ਮਦਰਸ ਪਾਊਚ। ਹੁਣ ਤੁਸੀਂ ਅੱਗੇ ਨੋਟਿਸ ਕਰੋ ਰਾਜੇ,
डिक्लाइन एंड एक्सटिंक्शन की हो गया खात्मा होना है ना, डिक्लाइन घटना ते एक्सटिंक्शन होनी बिल्कुल खात्मा हो जाना। तो वो कहते लास्ट एविडेंस इन मेनलैंड आस्ट्रेलिया इज 3100 ईयर ओल्ड कोई चीज। ਹੁਣ ओल्ड तो बाद सानू पता इत्थे की आऊगा, कोई नाउन आऊगा 3100 साल पुरानी किसी चीज की आपां इत्थे गल करनी हैगी है। ठीक है, हुण तुसी देखो कि आ वाली इनफॉर्मेशन ट्रीट्स रिमेनिंग ये पढ़न की लोड़ नहीं, क्यों? क्योंकि एक तो कीवर्ड असीं 1830 देखना है, दूसरा असीं की देखना है डिक्लाइन ते एक्सटिंक्शन बारे, इहदी बारे। ठीक है, तो आपां अगे मूव कीते, अगे की कहंदे, ਉਹ ਕਹਿੰਦੇ approximately 4000 years ago the thylacine was widespread throughout the New Guinea and most of mainland in Australia as well as island of Tasmania। ठीक है, the most recent well dated मतलब properly dated occurrence of thylacine on the mainland is a carbon dated fossil। carbon dated राजे carbon dating एक टेक्नीक हैगी आ दैट वी यूज कादे वास्ते यूज करते हैं, वो टेक्नीक आप यूज करते हैं इन ऑर्डर टू चैक कि ये चीज़ कितनी पुरानी आ। ठीक है, कि तुहानू कोई पुराना फॉसिल लभ्या उहदी तुसी कार्बन डेटिंग करोगे ये पता करने वास्ते कि वो कितना पुराना। तो आ टेक्नीक हैगी आ कादे ते यूज की फॉसिल दे उत्ते फॉर आ जगह का नाम है वैसटर्न आस्ट्रेलिया which is around 3100 year old। ਤਾਂ 3100 ਕੀ ਹੈਗਾ ਤੁਹਾਡਾ ਕੀਵਰਡ ਹੈ। ਤਾਂ ਆਪਾਂ ਨੂੰ ਜੇਕਰ ਕੀਵਰਡ ਮਿਲ ਗਿਆ ਤਾਂ ਕੀ ਚੀਜ਼ ਚੈੱਕ ਕੀਤੀ ਹੈਗੀ ਆ, ਉਹਨਾਂ ਨੇ ਇੱਕ ਫੋਸਿਲ ਚੈੱਕ ਕੀਤਾ। ਫੋਸਿਲ ਕੀ ਹੋ ਗਿਆ? ਰਿਮੇਨਿੰਗਸ ਆਫ ਐਨ ਐਨੀਮਲ, ਹੈ ਨਾ, ਜਿੱਦਾਂ ਆਪਾਂ ਡਾਇਨਾਸੌਰ ਦੇ ਫੋਸਿਲਸ ਚੈੱਕ ਕਰਦੇ ਹਾਂ। ਤਾਂ ਸਾਡਾ ਆਨਸਰ ਕੀ ਆ ਗਿਆ ਜੀ? ਫੋਸਿਲ। ठीक है, उस तो बाद देखो मेनलैंड आस्ट्रेलिया ड्यू टू एनिमल्स नोन एज डिंगोस। डिंगो तुहाडा कीवर्ड है, तो डिंगो जिथे तुसी वर्ड पढ़िया उदू अगे जाना आ आपां, है ना। रिडक्शन इन डैश, रिडक्शन की हो गया? कमी होनी किसी चीज़ दे विच। एंड अवेलेबल सोर्सिस ऑफ फूड, दो चीज़ां दे विच है, एक तां इहदे विच अते कादे विच? फूड दे विच। वर पार्शली रिस्पॉन्सिबल, पार्शली की हो गया? कुछ हद तक रिस्पॉन्सिबल सी कादे वास्ते? डिक्लाइनिंग इन नंबर, इहदे नंबर की कमी दे विच कुछ चीज़ां दी किहड़ियां रिस्पॉन्सिबल सी। एक तां की हो गया? फूड की कमी, एक किसी होर चीज़ की कमी, रिडक्शन इन डैश, है ना। तो हुण तुसीं देखो डिंगोस आ वर्ड है तुहाडे कोले, है ना, डिंगोस नैवर रीच्ड तासमेनिया। तो इत्थों तक तो आपां पढ़ना नहीं है क्योंकि आंसर साडे कोले डिंगो तो अगे है, या जे ट्रू फॉल्स भी है तो 1830 तो बाद है। तो इन्हां लाइनां च ना तो मैनूं किते 1830 दिखिया, कल्ले डिंगो की गल कर रहे हैं, डिंगो तो मैं गांह जाना। तो आ लाइनां तुसीं की करतियां? छड्डतियां। यू आर नॉट गोना रीड इट, अदरवाइज यू विल बी वेस्टिंग योर टाइम। ठीक है, उस तो बाद वो की कहंदे, वो कहंदे जिहड़ा ड्रामैटिक डिक्लाइन आया। हुण तुसीं देखो इत्थे वर्ड आ गया 1830, तो सानू पता लग गया असी कित्थे पहुंच गए, असी अपने ट्रू फॉल्स से पहुंच गए। तो की कहंदे हैगे आ, वो कहंदे कि जिहड़ा ड्रामैटिक डिक्लाइन आया हैगा कादे विच? थाइलासिन इन तासमेनिया विच बिगेन इन 1830 एंड कंटिन्यूड फॉर अ सेंचुरी। मतलब 1830 तो लैके 1930 तक ओवर अ सेंचुरी, मतलब 100 साल दे समय दे विच इहदे नंबर दे विच बहुत डिक्लाइन आया आ। इज जर्नली एट्रीब्यूटेड टू रिलेंटलेस एफर्ट्स ऑफ शीप फार्मर्स एंड बाउंटी हंटर्स। बाउंटी हंटर हुंदे राजे पैसे लैके हत्या करने वाले लोग। ठीक है, एक तो शीप हंटर, एक बाउंटी हंटर्स विद शॉर्ट गन्स। तो इन्हां लोकां ने जिहड़ा हैगा बहुत ज़्यादा की कीता हैगा, इन्हां नूं मारिया हैगा। आही है एट्रीब्यूटेड टू। एट्रीब्यूटेड मतलब किहदे द्वारा कंट्रीब्यूशन होई हैगी आ? शीप फार्मर्स ने, बाउंटी हंटर्स ने इन्हां नूं की कीता? शॉर्ट गन्स ने नाल मारता। हुण देखो तुहाडा पहला ट्रू फॉल्स की कहंदा? सिग्निफिकेंट नंबर ऑफ थाइलासिन वर किल्ड बाय ह्यूमन्स। ह्यूमन्स किहड़े किहड़े? शीप हंटर, बाउंटी हंटर्स फ्रॉम 1830s ऑनवर्ड। 1830 ते उस तो बाद कितना? 100 साल तक का टाइम। तो अपने को आंसर की आ गया इहदा ट्रू। नेक्स्ट देखो सेवरल थाइलासिन वर बॉर्न। सेवरल की हो गया? काफी सारे।
ਉਹ ਕਹਿੰਦੇ ਕਾਫੀ ਸਾਰੇ ਥਾਈਲਾਸਿਨ ਬੌਰਨ ਹੋਏ ਸੀ ਕਿੱਥੇ, ਜ਼ੂ ਦੇ ਵਿੱਚ ਡਿਊਰਿੰਗ ਲੇਟ 1800। ਲੇਟ ਕੀ ਹੋ ਗਿਆ, ਜਿੱਦਾਂ 1875 ਤੋਂ ਬਾਅਦ, ਹਨਾ, ਲੇਟ 80 ਤੋਂ ਬਾਅਦ ਜਾਂ 80-90s ਦੇ ਵਿੱਚ। ਤਾਂ ਉਹ ਕਹਿੰਦੇ ਕਿ ਜਿਹੜਾ ਲੇਟ 1800 ਹੈਗੇ ਆ, ਉਦੋਂ ਬਹੁਤ ਸਾਰੇ ਥਾਈਲਾਸਿਨ ਬੌਰਨ ਹੋਏ ਸੀ ਕਿੱਥੇ, ਜ਼ੂ ਦੇ ਵਿੱਚ। ਇੱਕ ਆ ਦੇਖਣਾ, ਇੱਕ ਆਪਾਂ ਆ ਵੀ ਰਹਿੰਦੀ ਹੈ ਹਨਾ ਆਪਣੇ ਕੋਲ, ਰਿਡਕਸ਼ਨ ਇਨ ਡੈਸ਼। ਹੁਣ ਤੁਸੀਂ ਦੇਖੋ, ਜੇ ਤੁਸੀਂ ਟਰੂ ਫਾਲਸ ਨਾ ਪੜਿਆ ਹੁੰਦਾ, ਆਹ ਵਾਲੀ ਚੀਜ਼ ਨੂੰ ਤੁਸੀਂ ਸਕਿਪ ਕਰ ਜਾਣਾ ਸੀ, ਕਿਉਂਕਿ ਤੁਸੀਂ ਜਿਹੜਾ ਹੈਗਾ ਇਹਦੇ ਆਨਸਰਾਂ ਦੇ ਪਿੱਛੇ ਲੱਗਿਆ ਹੋਣਾ ਸੀ ਵਨ ਵਰਡ ਵਾਲੇ, ਤੇ ਉਹ ਜੇ ਵਨ ਵਰਡ ਵਾਲਾ ਤੁਹਾਨੂੰ ਲੱਭਣਾ ਨਹੀਂ ਸੀ, ਟਰੂ ਫਾਲਸ ਤੁਸੀਂ ਕਰਨੇ ਨਹੀਂ ਸੀ, ਤੇ ਟਾਈਮ ਵੇਸਟ ਹੋਣਾ ਸੀ ਆਪਣਾ। ਹਾਂ, ਉਸ ਤੋਂ ਬਾਅਦ ਉਹ ਕੀ ਕਹਿੰਦੇ, while this determined campaign undoubtedly play a large part। ਉਹ ਕਹਿੰਦੇ ਭਾਵਾਂ ਕਿ ਜਿਹੜੀ ਕੈਂਪੇਨ ਹੈਗੀ ਹੈ, ਕੈਂਪੇਨ ਕਿਹੜੀ ਹੋਗੀ, ਇਹਨਾਂ ਨੂੰ ਮਾਰਨ ਦੀ ਜਿਹੜੀ ਪ੍ਰਥਾ ਚੱਲ ਰਹੀ ਸੀ, ਉਹਨੇ ਇੱਕ ਲਾਰਜ ਪਾਰਟ ਪਲੇ ਕੀਤਾ। it is likely that various other factors also contributed। ਉਹ ਕਹਿੰਦੇ ਕੁਝ ਹੋਰ ਫੈਕਟਰਸ ਵੀ ਹੈਗੇ ਆ ਜਿਹੜੇ ਜ਼ਿੰਮੇਵਾਰ ਹੈਗੇ ਆ, ਕਾਹਦੇ ਵਾਸਤੇ, ਡਿਕਲਾਈਨ ਐਂਡ ਇਵੈਂਚੁਅਲੀ ਐਕਸਟਿੰਕਸ਼ਨ, ਘਟਨਾ ਇਹਨਾਂ ਦੇ ਨੰਬਰਸ ਦਾ ਤੇ ਖਤਮ ਹੋ ਜਾਣਾ of the species। these include competition with wild dogs। ਇੱਕ ਤਾਂ ਆ ਹੋ ਗਿਆ wild dogs ਦੇ ਨਾਲ ਜਿਹੜਾ ਹੈਗਾ ਇਹਨਾਂ ਦਾ competition ਸੀ, introduced by European settlers। loss of habitat, habitat ਕੀ ਹੋ ਗਿਆ, ਰਹਿਣ ਬਸੇਰਾ, ਹਨਾ, ਰਹਿਣ ਬਸੇਰੇ ਦਾ loss ਹੋਣਾ, along with disappearance of prey species। prey species ਕੀ ਹੋ ਗਿਆ ਇਹਨਾਂ ਦਾ, food, ਜਿਹਨੂੰ ਇਹ ਖਾ ਰਹੇ ਸੀ, ਹਨਾ, ਪ੍ਰੇ ਸਪੀਸ਼ੀਜ਼ ਕੀ ਹੋ ਗਈਆਂ, ਫੂਡ ਹੋ ਗਈਆਂ। ਤਾਂ ਹੁਣ ਦੇਖੋ, ਇੱਕ ਤਾਂ ਕੰਪੀਟੀਸ਼ਨ ਆ ਵਾਈਲਡ ਡੌਗ ਨਾਲ, ਇੱਕ ਕੀ ਹੈ, ਸਾਡੇ ਹੈਬਿਟੈਟ ਦੇ ਵਿੱਚ ਕਮੀ ਆ ਰਹੀ ਹੈ, ਤੇ ਤੀਜਾ ਕੀ ਹੈ, ਸਾਡਾ ਖਾਣਾ ਘਟ ਰਿਹਾ। ਤਾਂ ਆਪਾਂ ਇੱਥੇ ਦੇਖੋ ਤੁਹਾਡੇ ਕੋਲ ਕਿਹੜੀਆਂ ਆਪਸ਼ਨ, ਰਿਡਕਸ਼ਨ ਇਨ ਡੈਸ਼ ਐਂਡ ਅਵੇਲੇਬਲ ਫੂਡ। ਇੱਕ ਤਾਂ ਫੂਡ 'ਚ ਕਮੀ ਆਈ ਆ, ਇੱਕ ਕਾਹਦੇ 'ਚ ਕਮੀ ਆਈ ਆ, ਸਾਡੇ ਕੋਲੇ ਹੈਬਿਟੈਟ ਦੇ ਵਿੱਚ, ਜਿੱਥੇ ਅਸੀਂ ਰਹਿ ਰਹੇ ਹੈਗੇ ਆ, ਮਤਲਬ ਜਿੱਥੇ ਰਹਿ ਰਹੇ ਸੀ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਪ੍ਰੋਪਰ ਸ਼ੈਲਟਰ ਨਹੀਂ ਮਿਲ ਰਿਹਾ ਸੀ। ਤਾਂ ਕਾਹਦੇ 'ਚ ਰਿਡਕਸ਼ਨ ਆਈ ਹੈਗੀ ਆ, ਦੇਖੋ ਦੋ ਵਰਡ ਲਿਖੇ ਨਾ, ਪ੍ਰੇ ਸਪੀਸ਼ੀਜ਼ ਦੇ ਵਿੱਚ ਤੇ ਲਾਸ ਆਫ ਹੈਬਿਟੈਟ। ਅਲੋਂਗ ਵਿਦ ਦੀ ਜਗ੍ਹਾ ਤੇ ਉਹਨਾਂ ਨੇ ਕੀ ਪਾਇਆ, ਐਂਡ। ਲਾਸ ਆਫ ਦਾ ਜਗ੍ਹਾ ਤੇ ਉੱਥੇ ਕੀ ਪਾਇਆ, ਰਿਡਕਸ਼ਨ, ਕਮੀ ਕਿਸੇ ਚੀਜ਼ ਦੀ। ਤਾਂ ਰਿਡਕਸ਼ਨ ਕਾਹਦੇ ਵਿੱਚ ਹੋਈ ਹੈਗੀ ਆ, ਇੱਕ ਤਾਂ ਹੈਬਿਟੈਟ ਦੇ ਵਿੱਚ ਤੇ ਪ੍ਰੇ ਸਪੀਸ਼ੀਜ਼ ਦੇ ਵਿੱਚ। ਪ੍ਰੇ ਸਪੀਸ਼ੀਜ਼ ਕੀ ਆ, ਫੂਡ ਹੈਗੀਆਂ। ਤਾਂ ਹੁਣ ਆਪਣੇ ਕੋਲੇ ਵਨ ਵਰਡ ਡਨ ਹੋ ਗਏ। ਹੁਣ ਆਪਾਂ ਚੱਲਣਾ ਹੈਗਾ ਅੱਗੇ। ਹਾਂ, ਤਾਂ ਹੁਣ ਅੱਗੇ ਕੀ ਕਹਿੰਦੇ, there was only one successful event। ਸਾਡੇ ਕੋਲੇ ਸਿਰਫ ਇੱਕ ਸਕਸੈਸਫੁਲ ਇਵੈਂਟ ਹੈਗਾ, ਇੱਕ ਸਕਸੈਸਫੁਲ ਮੌਕਾ ਹੈਗਾ, attempt to breed a thylacine in captivity। in captivity ਦਾ ਮਤਲਬ ਕੀ ਹੋ ਗਿਆ ਬੱਚੇ, ਜ਼ੂ, at Melbourne Zoo in 1899। ਹੁਣ ਦੇਖੋ 1899, late 80, ਆਹੀ ਚੀਜ਼। ਹੁਣ ਦੇਖੋ 1899 ਨੂੰ ਇਹਨਾਂ ਨੇ ਕੀ ਲਿਖਿਆ ਹੈਗਾ, ਲੇਟ 1800s, ਹਨਾ, 1800s ਦੇ ਵਿੱਚ ਬਿਲਕੁਲ ਲੇਟ ਕੀ ਹੋ ਗਿਆ, 90 ਵਾਲੀ ਲਾਈਨ 'ਚ ਜਾ ਕੇ। ਜ਼ੂ ਦੇ ਲਈ ਉਹਨਾਂ ਨੇ ਕੀਵਰਡ ਯੂਜ਼ ਕੀਤਾ ਕੈਪਟੀਵਿਟੀ। ਇੱਥੇ ਦੇਖੋ, ਇੱਥੇ ਇਹਨਾਂ ਨੇ ਕੀ ਕਿਹਾ, ਸੈਵਰਲ ਥਾਈਲਾਸਿਨ ਬੌਰਨ ਹੋਏ ਸੀ, ਕਾਫੀ ਸਾਰੇ ਥਾਈਲਾਸਿਨ ਪੈਦਾ ਹੋਏ ਸੀ। ਕਾਫੀ ਸਾਰੇ ਪੈਦਾ ਨਹੀਂ ਸੀ ਹੋਏ, ਤਾਂ ਆਪਣੇ ਕੋਲ ਆਨਸਰ ਕੀ ਆ ਗਿਆ ਇੱਥੇ, ਫਾਲਸ। ਕਾਫੀ ਸਾਰੇ ਨਹੀਂ, ਸਿਰਫ ਇੱਕ ਪੈਦਾ ਹੋਇਆ ਸੀ, ਬਟ ਕਿ ਉੱਥੇ ਉਹਨਾਂ ਨੇ ਕੀ ਕਿਹਾ, ਕਾਫੀ ਸਾਰੇ ਪੈਦਾ ਹੋਏ ਸੀ। ਤਾਂ ਆਨਸਰ ਕੀ ਆ ਗਿਆ ਆਪਣੇ ਕੋਲ, ਫਾਲਸ ਆਨਸਰ ਆ ਗਿਆ। ਨੈਕਸਟ ਚੈੱਕ ਕਰੋ ਬੱਚੇ, ਉਹ ਕਹਿੰਦੇ the John Gould's prediction about the thylacine surprised some biologists। ਜਿਹੜੀ ਜੌਨ ਗੋਲਡ ਦੀ ਪ੍ਰੈਡਿਕਸ਼ਨ ਸੀਗੀ, ਉਹਨੇ ਕੁਝ ਬਾਇਓਲੋਜਿਸਟ ਨੂੰ ਕੀ ਕੀਤਾ ਸੀਗਾ, ਸਰਪ੍ਰਾਈਜ਼ ਕਰਤਾ ਸੀਗਾ, ਕਿ ਉਹ ਹੈਰਾਨ ਹੋ ਗਏ ਸੀ ਉਹਦੀ ਇਸ ਪ੍ਰੈਡਿਕਸ਼ਨ ਨੂੰ ਲੈ ਕੇ। ਉਸ ਤੋਂ ਬਾਅਦ ਦੇਖੋ ਟਰੂ ਫਾਲਸ ਹਮੇਸ਼ਾ ਦੋ ਲੈ ਕੇ ਜਾਣੇ ਆ। ਨੈਕਸਟ ਦੇਖੋ, ਇਨ अर्ਲੀ 1900s। ਹੁਣ ਦੇਖੋ 1899 ਤੱਕ ਤਾਂ ਗੱਲ ਕਰ ਹੀ ਲਈ ਆ, ਹੁਣ अर्ਲੀ 1900s ਦੀ ਗੱਲ ਕਰ ਰਹੇ ਆ। ਮੈਨੀ ਸਾਇੰਟਿਸਟ ਬਿਕੇਮ ਵਰੀਡ ਕੀ ਹੋਣਾ, ਚਿੰਤਿਤ ਹੋਣਾ। ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਸਾਇੰਟਿਸਟ ਕੀ ਹੋ ਗਏ, ਚਿੰਤਿਤ ਹੋ ਗਏ, ਕਾਹਦੇ ਬਾਰੇ, about the possible extinction of thylacine। ਤਾਂ ਉਹਨਾਂ ਨੂੰ ਚਿੰਤਾ ਹੋ ਗਈ ਕਿ ਕਿਤੇ ਇਹ ਸਪੀਸ਼ੀਜ਼ ਖਤਮ ਹੀ ਨਾ ਹੋ ਜਾਵੇ। ਤਾਂ ਆਪਾਂ ਇਹਦੇ ਆਨਸਰਸ ਚੈੱਕ ਕਰਦੇ ਹਾਂ। ਉਹ ਕਹਿੰਦੇ ਡਿਸਪਾਈਟ ਦਾ ਨੰਬਰਸ। ਹੁਣ ਦੇਖੋ ਇੱਥੇ ਜਾਂ ਤੇ ਆਪਾਂ ਪਰਸਨ ਦੀ ਵਰਡ ਦੇਖਣਾ, ਆ ਦੇਖੋ ਜੌਨ ਗੋਲਡ, ਹਨਾ, ਕਿ ਇਹਦੀ ਜਿਹੜੀ ਗੱਲ ਆ ਉਹਨੇ ਸਾਇੰਟਿਸਟ ਨੂੰ ਕੀ ਕਰਤਾ ਸੀ, ਸਰਪ੍ਰਾਈਜ਼ ਕਰਤਾ ਸੀ। ਤਾਂ ਆਪਾਂ ਇੱਥੋਂ ਹੀ ਪੜ੍ਹਦੇ ਹਾਂ, the famous naturalist John Gould
foresaw the Thylacines demise, ਉਹ ਕਹਿੰਦੇ foresaw past ਦੇ ਵਿੱਚ ਹੈਗਾ ਰਾਜੇ, foresee ਦੀ verb second form ਹੋ ਗਈ, past tense ਹੋ ਗਿਆ। foresee ਕੀ ਹੋ ਗਿਆ, ਕਿਸੇ ਚੀਜ਼ ਦਾ ਅੰਦੇਸ਼ਾ ਲਗਾ ਲੈਣਾ, ਆਉਣ ਵਾਲੀ ਚੀਜ਼ ਨੂੰ ਪਹਿਲਾਂ ਹੀ ਦੇਖ ਲੈਣਾ। ਤਾਂ ਉਹਨੇ ਪਹਿਲਾਂ ਕਿਹੜੀ ਚੀਜ਼ ਦੇਖ ਲਈ, ਉਹ ਕਹਿੰਦੇ ਜਿਹੜਾ ਫੇਮਸ ਨੈਚੁਰਲਿਸਟ ਸੀਗਾ ਆ ਬੰਦਾ, ਉਹਨੇ ਪਹਿਲਾਂ ਹੀ ਦੇਖ ਲਿਆ ਥਾਈਲਾਸਿਨ ਦਾ ਡਿਮਾਈਸ ਕੀ ਹੋ ਗਿਆ, ਡੈਥ ਹੈ ਨਾ, ਮੌਤ। ਉਹ ਕਹਿੰਦੇ when he published ਆ ਕਿਤਾਬ between 1848 and 63 writing the number of this, ਉਹਨੇ ਕੀ ਲਿਖਿਆ, ਉਹ ਕਹਿੰਦਾ ਵੀ ਜਿਹੜਾ ਨੰਬਰ ਹੈਗਾ ਕਾਹਦਾ, of this ਮਤਲਬ ਇਸ ਸਪੀਸ਼ੀਜ਼ ਦਾ ਜਿਹੜਾ ਨੰਬਰ ਹੈਗਾ ਸਿੰਗੂਲਰ ਐਨੀਮਲ will speedily diminish, ਉਹ ਕਹਿੰਦੇ ਵੀ ਇਹਦਾ ਜਿਹੜਾ ਨੰਬਰ ਹੈਗਾ ਉਹ ਤੇਜ਼ੀ ਨਾਲ ਕੀ ਹੋ ਜਾਏਗਾ, ਡਿਮਿਨਿਸ਼ ਹੋ ਜਾਏਗਾ, ਖਤਮ ਹੋ ਜਾਏਗਾ। extermination will have its full sway, extermination मतलब खात्मा हो जाएगा species ਦਾ, and will then like the wolf of England and Scotland be recorded as animal of the past। ਤਾਂ ਉਹਨੇ ਇਹ ਚੀਜ਼ ਦੇਖ ਲਈ ਵੀ ਇਸ ਐਨੀਮਲ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਕੀ ਹੋ ਜਾਊਗਾ, ਖਤਮ ਹੋ ਜਾਊਗਾ, ਠੀਕ ਹੈ। however there seems to have been little public pressure। ਹੁਣ ਦੇਖੋ ਇੱਥੇ ਸਾਇੰਟਿਸਟ ਬਾਰੇ ਕੋਈ ਗੱਲ ਨਹੀਂ ਕੀਤੀ ਕਿ ਜਿਹੜੇ ਸਾਇੰਟਿਸਟ ਸੀਗੇ, ਕਿਉਂਕਿ ਹੁਣ ਆਪਾਂ ਨਵੇਂ ਪੈਰੇ 'ਚ ਚੱਲ ਗਏ, ਮਤਲਬ ਉਹ ਨਵੇਂ ਆਈਡੀਆ 'ਤੇ ਜੰਪ ਕਰ ਗਿਆ। ਪਿੱਛੇ ਉਹਨੇ ਸਿਰਫ ਇੰਨੀ ਗੱਲ ਕੀਤੀ ਹੈ ਵੀ ਇਹ ਬੰਦੇ ਨੇ ਦੇਖ ਲਿਆ ਸੀ ਵੀ ਇਹ ਥਾਈਲਾਸਿਨ ਖਤਮ ਹੋ ਜਾਣਗੇ ਫਿਊਚਰ ਦੇ ਵਿੱਚ, ਪਰ ਕੀ ਉਹਦੀ ਜਿਹੜੀ ਪ੍ਰੈਡਿਕਸ਼ਨ ਸੀ ਉਹਨੂੰ ਸੀਰੀਅਸਲੀ ਲਿਆ ਗਿਆ ਸੀ, ਉਹਨੂੰ ਫॉर ਗ੍ਰਾਂਟਡ ਲਿਆ ਗਿਆ ਸੀ, ਕਿਵੇਂ ਲਿਆ ਗਿਆ ਸੀ, ਉਸ ਚੀਜ਼ ਦੇ ਉੱਤੇ ਇਹਨਾਂ ਨੇ ਜ਼ਿਆਦਾ ਐਮਫੈਸਿਸ ਨਹੀਂ ਦਿੱਤਾ। ਤਾਂ ਆਪਣੇ ਕੋਲੇ ਜਿਹੜਾ ਇਹਦਾ ਆਨਸਰ ਆ ਗਿਆ ਰਾਜੇ ਕਿ ਸਾਇੰਟਿਸਟ ਉਹਦੀ ਗੱਲ ਨੂੰ ਲੈ ਕੇ ਵਰੀਡ ਹੋ ਗਏ ਸੀਗੇ, ਤਾਂ ਉਹਦੇ ਵਿੱਚ ਆਪਣੇ ਕੋਲ ਆਨਸਰ ਕੀ ਆ ਗਿਆ, ਇੱਥੇ ਆਪਣੇ ਕੋਲ ਆਨਸਰ ਕੀ ਆ ਗਿਆ, ਨਾਟ ਗਿਵਨ, ਠੀਕ ਹੈ। ਨੈਕਸਟ ਇਨ ਦਾ अर्ਲੀ 1900s, ਤਾਂ ਹੁਣ ਆਪਣੇ ਕੋਲੇ ਆ ਕੀ ਆ, ਕੀਵਰਡ ਹੈਗਾ ਸਾਇੰਟਿਸਟ ਵਰੀ ਹੋ ਗਏ ਇਹਦੇ ਖਾਤਮੇ ਨੂੰ ਲੈ ਕੇ, ਠੀਕ ਹੈ। ਤਾਂ ਆਪਾਂ ਅੱਗੇ ਪੜ੍ਹਦੇ ਹਾਂ। ਹੁਣ ਦੇਖੋ ਪਬਲਿਕ ਪ੍ਰੈਸ਼ਰ ਤੇ ਆਪਾਂ ਆ ਗਏ ਵੀ ਪਬਲਿਕ ਪ੍ਰੈਸ਼ਰ ਤਾਂ ਥੋੜਾ ਹੀ ਸੀ ਇਹਨੂੰ ਬਚਾਉਣ ਵਾਸਤੇ। ਹੁਣ ਦੇਖਦੇ ਹਾਂ ਕਿ ਸਾਇੰਟਿਫਿਕ ਕਮਿਊਨਿਟੀ ਕੀ ਮੰਨਦੀ ਸੀ ਇਸ ਚੀਜ਼ ਨੂੰ ਲੈ ਕੇ। ਉਹ ਕਹਿੰਦੇ however there seems to have been little public pressure to preserve the thylacine nor was much concern ज़्यादा concern expressed by scientists at the decline of this species in decades that followed। that ਕਿਹਨੂੰ follow ਕੀਤੇ ਹੈਗੇ ਆ, ਦੇਖੋ ਪਿੱਛੇ ਆਪਾਂ that ਕਿਹਨੂੰ ਕਹਿ ਰਹੇ ਆ, 1848 ਤੇ 1863 ਦੇ ਵਿੱਚ, ਹਨਾ। ਤਾਂ ਉਹ ਕਹਿੰਦੇ ਜਿਹੜੇ ਸਾਇੰਟਿਫਿਕ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੇ ਜ਼ਿਆਦਾ ਕੀ ਨਹੀਂ ਐਕਸਪ੍ਰੈਸ ਕੀਤਾ, ਕੰਸਰਨ ਐਕਸਪ੍ਰੈਸ ਨਹੀਂ ਕੀਤਾ, ਚਿੰਤਾ ਜ਼ਾਹਿਰ ਨਹੀਂ ਕੀਤੀ। ਤਾਂ ਇੱਥੇ ਪਰ ਉਹਨਾਂ ਨੇ ਸਾਡੇ ਕੋਲ ਟਰੂ ਫਾਲਸ ਦੇ ਵਿੱਚ ਕੀ ਕਿਹਾ ਹੈਗਾ ਕਿ ਸਾਇੰਟਿਫਿਕ ਕਮਿਊਨਿਟੀ ਦੇ ਲੋਕ ਜਿਹੜੇ ਸੀਗੇ ਉਹ ਕੀ ਹੋ ਗਏ, ਵਰੀਡ ਹੋ ਗਏ, ਹਨਾ। ਵਰੀਡ ਦੇ ਲਈ ਉੱਥੇ ਉਹਨਾਂ ਨੇ ਵਰਡ ਕੀ ਯੂਜ਼ ਕੀਤਾ, ਕੰਸਰਨ, ਪਰ ਉਹਨਾਂ ਨੇ ਕੰਸਰਨ ਸ਼ੋ ਨਹੀਂ ਕੀਤਾ। ਤਾਂ ਆਪਣਾ ਆਨਸਰ ਕੀ ਆ ਗਿਆ, ਫਾਲਸ, ਠੀਕ ਹੈ। ਨੈਕਸਟ ਦੇਖੋ ਟੀ ਫਲਿਨ ਪ੍ਰਪੋਜ਼ਲ ਟੂ ਰੀਹੋਮ ਮਤਲਬ ਦੁਬਾਰਾ ਤੋਂ ਹੋਮ ਦੇ ਵਿੱਚ ਭੇਜਣਾ, ਰੀਹੋਮ captive thylacines on an island proved to be impractical। ਤਾਂ ਆ ਬੰਦੇ ਨੇ ਕੋਈ ਪ੍ਰਪੋਜ਼ਲ ਦਿੱਤਾ ਸੀ ਕਿ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਕਿਸੇ ਆਈਲੈਂਡ ਤੇ ਛੱਡ ਦਈਏ। ਹੁਣ ਦੇਖੋ proved to be impractical, ਉਹ ਕਹਿੰਦੇ ਵੀ ਉਹ ਚੀਜ਼ ਪ੍ਰੂਵ ਹੋ ਗਈ ਸੀ ਕਿ ਉਹ ਪ੍ਰੈਕਟੀਕਲ ਨਹੀਂ ਹੈਗੀ, ਉਹਨੂੰ ਕੀਤਾ ਨਹੀਂ ਜਾ ਸਕਦਾ, ਉਹਨੂੰ ਆਪਾਂ ਕਹਿ ਸਕਦੇ ਹੈਗੇ ਆ ਪ੍ਰੈਕਟੀਕਲ ਨਹੀਂ ਹੈਗੀ। ਦਾ ਮਤਲਬ ਕੀ ਹੈਗਾ ਕਿ ਇੰਪਲੀਮੈਂਟ ਨਹੀਂ ਹੋ ਸਕਦੀ, ਠੀਕ ਹੈ। ਤਾਂ ਹੁਣ ਇੱਥੇ ਕੀ ਕਹਿੰਦੇ ਹੈਗੇ ਆ, ਇੱਥੋਂ ਤੱਕ ਹੁਣ ਦੇਖੋ ਆਪਾਂ ਜਿਹੜਾ ਹੈਗਾ ਟੀ ਫਲਿਨ ਦੀ ਗੱਲ ਕਰਦੇ ਆ। ਟੀ ਫਲਿਨ ਉਹ ਕਹਿੰਦੇ ਕਿ ਇੱਥੋਂ ਤੱਕ ਹੋ ਗਿਆ। ਅ ਨੋਟੇਬਲ ਐਕਸੈਪਸ਼ਨ ਵਾਸ ਟੀ ਫਲਿਨ ਨਾਮ ਦਾ ਬੰਦਾ ਇੱਕ ਐਕਸੈਪਸ਼ਨ ਸੀਗੀ, ਪ੍ਰੋਫੈਸਰ ਆਫ ਬਾਇਓਲੋਜੀ, ਐਕਸਟਰਾ ਇਨਫੋਰਮੇਸ਼ਨ ਨਹੀਂ ਪੜ੍ਹਨੀ ਹੈਗੀ। ਉਸ ਤੋਂ ਬਾਅਦ ਦੇਣੇ ਇਹ ਬੰਦਾ ਕੀ ਕਹਿੰਦਾ, in 1914 he was sufficiently concerned about the scarcity of thylacines। ਉਹ ਡਰ ਗਿਆ ਸੀ, ਹਨਾ, ਉਹ ਕੰਸਰਨ ਸੀਗਾ। ਉਹ ਕਹਿੰਦੇ thylacine to suggest that some should be captured and placed in a small island। ਉਹ ਕਹਿੰਦਾ ਵੀ ਉਹ ਇੰਨਾ ਕੁ ਡਰ ਗਿਆ ਸੀ, ਉਹ ਕਹਿੰਦਾ ਵੀ ਕੁਛ ਕੁ ਥਾਈਲਾਸਿਨ ਨੂੰ ਇਕੱਠੇ ਕੈਪਚਰ ਕਰੀਏ ਤੇ ਕਿਸੇ ਆਈਲੈਂਡ ਤੇ ਛੱਡ ਦਈਏ ਤਾਂ ਕਿ ਉਹਨਾਂ ਦਾ ਨੰਬਰ ਵਧੇ, ਠੀਕ ਹੈ। ਬਟ it was not until 1929
with the species on the very edge of extinction। ਉਹ ਕਹਿੰਦੇ ਵੀ 1900 ਦੇਖੋ ਇਹਨੇ ਸਲਾਹ 1914 ਚ ਦਿੱਤੀ ਹੈ ਨਾ, 14 ਸਾਲਾਂ ਬਾਅਦ 28 ਚ ਵੀ ਨਹੀਂ 29 ਚ ਜਾ ਕੇ ਉਹ ਕਹਿੰਦੇ ਵੀ ਥੋੜਾ ਜਿਹਾ ਜਦੋਂ ਸਪੀਸੀਜ਼ ਖਾਤਮੇ ਦੀ ਕਗਾਰ ਤੇ ਆ ਗਈ ਹੈ ਨਾ, ਐਜ ਆਫ ਐਕਸਟਿੰਕਸ਼ਨ ਕੀ ਹੋ ਗਿਆ, ਖਾਤਮੇ ਦੀ ਕਗਾਰ ਤੇ ਆ ਗਈ, that Tasmanian Animals and Bird Protection Board passed a motion protecting thylacine only for the month of December, which was thought to be their prime breeding season। ਹੁਣ ਦੇਖੋ ਆਪਾਂ ਗਾਂ ਜੰਪ ਕਰ ਗਏ, ਆਈਲੈਂਡ ਵਾਲੀ ਗੱਲ ਅਗਰ ਆਪਾਂ ਦੇਖੀਏ ਤਾਂ ਇੱਥੇ ਹੀ ਖਤਮ ਹੋ ਗਈ। ਹੁਣ ਉਹ ਕੀ ਗੱਲ ਪੋਸੀਬਲ ਸੀ ਨਹੀਂ ਸੀਗੀ, ਉਹਨੇ ਸਿਰਫ ਸਲਾਹ ਦਿੱਤੀ ਸੀ ਕਿ ਥਾਈਲਾਸਿਨ ਨੂੰ ਇੱਕ ਆਈਲੈਂਡ ਤੇ ਛੱਡ ਦਿਓ। ਕੀ ਇਹ ਪ੍ਰੈਕਟੀਕਲ ਹੈ, ਨਹੀਂ ਪ੍ਰੈਕਟੀਕਲ ਹੈ, ਉਸ ਚੀਜ਼ ਬਾਰੇ ਦੇ ਹੈਵ ਪ੍ਰੋਵਾਈਡਡ ਨੋ ਇਨਫੋਰਮੇਸ਼ਨ। ਤਾਂ ਆਪਣੇ ਕੋਲ ਇਹਦਾ ਆਨਸਰ ਕੀ ਆ ਗਿਆ ਰਾਜੇ, ਇਹਦਾ ਆਨਸਰ ਆਪਣੇ ਕੋਲ ਆ ਗਿਆ ਨਾਟ ਗਿਵਨ। ਠੀਕ ਹੈ, ਅੱਗੇ देयर वर स्टिल रीजनेबल नंबर्स, ਉਹ ਕਹਿੰਦੇ ਵੀ ਹਾਲੇ ਰੀਜ਼ਨੇਬਲ ਨੰਬਰ ਸੀਗੇ in existing when a piece of legislation protecting the species during their breeding season was passed। ਤਾਂ ਉਹ ਕਹਿੰਦੇ ਕਿ ਰੀਜ਼ਨੇਬਲ ਨੰਬਰ ਸੀਗੇ ਜਦੋਂ ਉਹਨਾਂ ਨੇ ਜਿਹੜਾ ਹੈਗਾ ਇੱਕ ਪਾਸ ਕੀਤਾ, ਕੀ ਪਾਸ ਕੀਤਾ, ਲੈਜਿਸਲੇਸ਼ਨ, ਰੂਲ ਪਾਸ ਕੀਤਾ, ਕਾਦੇ ਵਾਸਤੇ, ਬਰੀਡਿੰਗ ਸੀਜ਼ਨ ਦੇ ਵਿੱਚ ਇਹਨਾਂ ਨੂੰ ਪ੍ਰੋਟੈਕਟ ਕਰਨ ਦਾ। ਬਰੀਡਿੰਗ ਸੀਜ਼ਨ ਨੂੰ ਉਹਨਾਂ ਨੇ ਕੀ ਕਿਹਾ ਸੀਗਾ, ਬਰੀਡਿੰਗ ਸੀਜ਼ਨ ਵਾਸਤੇ ਆਪਣੇ ਕੋਲੇ ਟਰਮ ਯੂਜ਼ ਕੀਤੀ ਹੈਗੀ ਆ ਦਸੰਬਰ, ਹਨਾ। ਬਸ ਆਪਾਂ ਇੱਥੇ ਧਿਆਨ ਦੇਣਾ देयर वाज स्टिल ਰੀਜ਼ਨੇਬਲ ਨੰਬਰ, ਰੀਜ਼ਨੇਬਲ ਮਤਲਬ ਕਾਫੀ ਜ਼ਿਆਦਾ ਹਨਾ ਗਿਣਤੀ ਦੇ ਵਿੱਚ ਆ ਰਹੇ ਆ। ਤਾਂ ਹੁਣ ਆਪਾਂ ਇਹਦਾ ਆਨਸਰ ਦੇਖਦੇ ਹੈਗੇ ਆ, ਉਸੇ ਲਾਈਨ ਨੂੰ ਆਪਾਂ ਦੁਬਾਰਾ ਰੀਡ ਕਰਦੇ ਆ। ਉਹ ਕਹਿੰਦੇ 1929 ਵਿੱਚ ਵਿਦ ਦਾ ਸਪੀਸੀਜ਼ ਔਨ ਦਾ ਵਰਜ ਆਫ ਐਕਸਟਿੰਕਸ਼ਨ। ਵਰਜ ਆਫ ਐਕਸਟਿੰਕਸ਼ਨ ਤੇ ਹੋਣਾ ਮਤਲਬ ਬੱਚੇ ਖਾਤਮੇ ਦੀ ਕਗਾਰ ਤੇ ਹੋਣਾ, ਮਤਲਬ ਕਿਸੇ ਸਪੀਸੀਜ਼ ਦੇ ਵਿੱਚ ਐਨੀਮਲਸ ਦਾ ਕੋਈ ਪਰਟੀਕੂਲਰ ਐਨੀਮਲ ਦਾ ਨੰਬਰ ਇੰਨਾ ਕੁ ਘੱਟ ਹੋਣਾ ਕਿ ਸਾਨੂੰ ਡਰ ਹੈ ਵੀ ਖਤਮ ਹੋ ਜਾਊਗਾ। ਤਾਂ ਮਤਲਬ ਉਹ ਨੰਬਰ ਸਫੀਸ਼ੀਐਂਟ ਨਹੀਂ ਹੈਗਾ, ਬਟ ਇੱਥੇ ਇਹਨਾਂ ਨੇ ਕੀ ਕਿਹਾ ਸੀ ਕਿ ਉਹ ਨੰਬਰ ਕੀ ਹੈਗਾ, ਸਫੀਸ਼ੀਐਂਟ ਹੈਗਾ। ਇੱਥੇ ਹੁਣ ਦੇਖੋ ਟਰੂ ਫਾਲਸ, ਇੱਥੇ ਫਰਕ ਹੈਗਾ ਤੁਹਾਡੇ ਟਰੂ ਫਾਲਸ ਦੇ ਵਿੱਚ ਤੇ ਯੈਸ ਨੋ ਦੇ ਵਿੱਚ। ਯੈਸ ਨੋ ਦੇ ਵਿੱਚ ਤੁਹਾਨੂੰ ਸਿੱਧੀ ਸਟੇਟਮੈਂਟ ਦੇਣੀ ਨਹੀਂ ਹੈ, ਬਟ ਟਰੂ ਫਾਲਸ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਥੋੜੀ ਜਿਹੀ ਅਜ਼ੰਪਸ਼ਨ ਲਾਉਣੀ ਪੈਣੀ ਹੈ। ਤਾਂ ਖਾਤਮੇ ਦੀ ਕਗਾਰ ਤੇ ਹੋਣਾ ਮਤਲਬ ਸਫੀਸ਼ੀਐਂਟ ਨੰਬਰ ਦਾ ਨਾ ਹੋਣਾ। ਤਾਂ ਆ ਕੀ ਆ ਮੇਰੇ ਕੋਲੇ ਮਤਲਬ ਉਹ ਲੌਜਿਕ ਹੈਗਾ that I need to implement when I'm going to answer this particular question। ਤਾਂ ਆਪਣਾ ਇੱਥੇ ਆਨਸਰ ਕੀ ਆ ਗਿਆ ਬੱਚੇ, ਇੱਥੇ ਤੁਹਾਡਾ ਆਨਸਰ ਆ ਗਿਆ ਫਾਲਸ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਕਹਿੰਦਾ ਹੈ, from 1930 to 1936 30 ਤੋਂ ਲੈ ਕੇ 36 ਤੱਕ only known living thylacine were all in captivity। 1930 ਤੋਂ ਲੈ ਕੇ 1936 ਤੱਕ ਜਿੰਨੇ ਵੀ ਥਾਈਲਾਸਿਨ ਸੀਗੇ ਉਹ ਸਾਰੇ ਕਾਦੇ ਚ ਸੀਗੇ, ਕੈਪਟੀਵਿਟੀ ਚ ਸੀਗੇ। ਕੈਪਟੀਵਿਟੀ ਮਤਲਬ ਜ਼ੂ ਦੇ ਵਿੱਚ ਸੀਗੇ। ਤਾਂ ਆਪਾਂ ਪੜ੍ਹਦੇ ਆ ਕੀ ਕਹਿੰਦੇ ਆ ਅੱਗੇ। ਤਾਂ ਹੁਣ ਦੇਖੋ ਤੁਸੀਂ 30 ਤੋਂ 36 ਦੀਆਂ ਗੱਲਾਂ ਕਰਨੀਆਂ ਨੇ, ਠੀਕ ਹੈ। ਉਹ ਕਹਿੰਦੇ ਦ ਲਾਸਟ ਨੋਨ ਵਾਈਲਡ ਥਾਈਲਾਸਿਨ, ਵਾਈਲਡ ਮਤਲਬ ਜੰਗਲੀ। ਉਹ ਕਹਿੰਦੇ ਜਿਹੜਾ ਲਾਸਟ ਵਾਈਲਡ ਥਾਈਲਾਸਿਨ ਸੀਗਾ ਉਹ ਕਿਲ ਕੀਤਾ ਗਿਆ ਬਾਈ ਅ ਸ਼ਾਰਟ ਫਾਰਮਰ ਇਨ ਨਾਰਥ ਈਸਟ ਤਾਸਮੇਨੀਆ। ਤਾਂ 1930 ਦੇ ਵਿੱਚ ਜਿਹੜਾ ਹੈਗਾ ਨਾਰਥ ਈਸਟ ਤਾਸਮੇਨੀਆ ਦੇ ਵਿੱਚ ਜਿਹੜਾ ਹੈਗਾ ਉਹਨੂੰ ਕਿਲ ਕੀਤਾ ਗਿਆ ਸੀ, ਲੀਵਿੰਗ ਜਸਟ ਕੈਪਟਿਵ ਸਪੈਸੀਮੈਂਸ। ਤਾਂ ਮਤਲਬ 30 ਦੇ ਵਿੱਚ ਕੱਲੇ ਕੈਪਟਿਵ ਸਪੈਸੀਮੈਂਸ ਬਚੇ ਸੀ। ਕਦੋਂ ਤੱਕ, official protection of species by this introduced in 1936, 59 days before known individual died in this zoo in 1936। ਤਾਂ ਮਤਲਬ 1936 ਦੇ ਵਿੱਚ ਜਿਹੜਾ ਲਾਸਟ ਸਪੈਸੀਮਨ ਸੀਗਾ, ਜਿਹੜਾ ਲਾਸਟ ਐਨੀਮਲ ਸੀ ਉਹ ਵੀ ਮਰ ਗਿਆ। ਤਾਂ ਮਤਲਬ 30 ਤੋਂ ਲੈ ਕੇ 36 ਤੱਕ 6 ਸਾਲ ਜਿੰਨੇ ਵੀ ਐਨੀਮਲ ਸੀਗੇ ਉਹ ਕਾਦੇ ਵਿੱਚ ਸੀਗੇ, ਉਹ ਕੱਲੇ ਕੈਪਟੀਵਿਟੀ ਦੇ ਵਿੱਚ ਸੀਗੇ। ਤਾਂ ਆਪਣਾ ਜਿਹੜਾ ਆਨਸਰ ਆ ਗਿਆ ਰਾਜੇ, ਇਹਦਾ ਆਨਸਰ ਕੀ ਆ ਗਿਆ, ਟਰੂ ਆ ਗਿਆ। ਨੈਕਸਟ ਦੇਖੋ, ਅਟੈਂਪਟਸ ਟੂ ਫਾਈਂਡ ਲਿਵਿੰਗ ਥਾਈਲਾਸਿਨਸ ਆਰ ਨਾਓ ਰੇਅਰਲੀ ਮੇਡ। ਉਹ ਕਹਿੰਦੇ ਜਿਹੜੇ ਥਾਈਲਾਸਿਨਸ ਨੂੰ ਬਚਾਉਣ ਦੇ ਅਟੈਂਪਟ ਹੈਗੇ ਆ ਹੁਣ ਬਹੁਤ ਘੱਟ ਕੀਤੇ ਜਾਂਦੇ ਆ। ਨਾਓ, ਹੁਣ ਇੱਥੇ ਇੰਪੋਰਟੈਂਟ ਵਰਡ ਕੀ ਆ, ਨਾਓ, ਹੁਣ ਕੀਤੇ ਜਾ ਰਹੇ ਆ ਜਾਂ ਨਹੀਂ ਕੀਤੇ ਜਾ ਰਹੇ। ਤਾਂ ਆਪਾਂ ਅੱਗੇ ਪੜ੍ਹਦੇ ਆ। देयर हैव बीन numerous expeditions, expedition ਕਿਸੇ ਚੀਜ਼ ਨੂੰ ਖੋਜ ਕਰਨ ਦੀ ਕੋਸ਼ਿਸ਼ ਕਰਨਾ, and searches for thylacine over the year, none of them which have produced definite evidence that thylacine
still exist. This species was declared extinct by Tasmanian government in 1986. ਹੁਣ ਤੁਸੀਂ ਇਹਨੂੰ ਇਸ ਕੰਟੈਕਸਟ ਨਹੀਂ ਲੈ ਕੇ ਜਾਣਾ ਹੈਗਾ ਵੀ ਹੁਣ ਵੀ ਕੀਤੇ ਜਾ ਰਹੇ ਆ, have been made ਕੀਤੇ ਗਏ ਸੀ ਕਦੋਂ 1986 ਤਾਂ ਉਹਨਾਂ ਨੇ ਐਕਸਟਿੰਕਟ ਸਪੀਸੀਜ਼ ਕਹਿਤੀ ਹਨਾ, 86 ਚ ਉਹਨਾਂ ਨੇ ਐਕਸਟਿੰਕਟ ਦੱਸਤਾ, ਉਸ ਤੋਂ ਬਾਅਦ ਕੀ ਹੋਇਆ ਉਹ ਇਨਫੋਰਮੇਸ਼ਨ ਇਦੋਂ ਬਾਅਦ ਆਉਣੀ ਸੀ, ਉਹ ਇਨਫੋਰਮੇਸ਼ਨ ਸਾਨੂੰ ਨਾਓ ਵਰਡ ਕਰਕੇ ਰਾਜੇ ਸਾਨੂੰ ਨਹੀਂ ਪਤਾ ਕਿ ਹੁਣ ਉਹ ਕੀਤੇ ਜਾ ਰਹੇ ਆ ਨਹੀਂ ਕੀਤੇ ਜਾ ਰਹੇ, ਸੋ ਯੋਰ ਆਨਸਰ ਇਜ਼ ਨॉट ਗਿਵਨ। ਸੋ ਆਈ ਹੋਪ ਤੁਹਾਨੂੰ ਰੀਡਿੰਗ ਕਲੀਅਰ ਹੋ ਗਈ ਹੋਵੇ, ਕੋਈ ਵੀ ਡਾਊਟਸ ਹੈਗੀਆਂ ਕਮੈਂਟ ਸੈਕਸ਼ਨ ਚ ਕਮੈਂਟ ਕਰੋ। For contacting Max Overseas, you can contact on the numbers given on your screen for joining offline or online classes. That's all for today's class. Thank you, everyone.